ਇਹ ਮੈਟਰ ਇਹ ਸੀਗਾ ਜੀ ਕਿ ਸੀਤਾ ਰਾਮ ਜੀ ਦੀ ਦੁਕਾਨ ਕਾਰਪੋਰੇਸ਼ਨ ਨੇ ਸੀਲ ਕਰ ਦਿੱਤੀ। ਸੀਲ ਕਰਨ ਤੋਂ ਬਾਅਦ ਜਦੋਂ ਦੁਕਾਨ ਸੀਲ ਕਰ ਦਿੱਤੀ ਗਈ ਤਾਂ ਉਸ ਤੋਂ ਬਾਅਦ ਇੱਕ ਹੋਰ ਇਨਸੀਡੈਂਸ ਹੋਇਆ ਜਿਹਦੇ ਵਿੱਚ ਮੈਂ ਮੀਡੀਆ ਦੇ ਵਿੱਚ ਆ ਕੇ ਗੱਲ ਕਹੀ, ਸੋਸ਼ਲ ਮੀਡੀਆ ਦੇ ਵੀ, ਕਿ ਇਹ ਰਾਜਨੀਤੀ ਜਿਹੜੀ ਹੈ ਬੱਗਾ ਜੀ ਦਬਾਅ ਦੀ ਰਾਜਨੀਤੀ ਕਰ ਰਹੇ ਆ। ਤੇ ਸੀਲ ਕਰਾਉਣ ਤੋਂ ਬਾਅਦ ਸੀਤਾ ਰਾਮ ਜੀ ਨੂੰ ਜੁਆਇਨਿੰਗ ਕਰਾਈ ਗਈ। ਉਹਦਾ ਸੀਤਾ ਰਾਮ ਜੀ ਨੇ ਕਾਊਂਟਰ ਵੀ ਕੀਤਾ, ਜਿਹੜਾ ਕਿ ਇਹਨਾਂ ਵੱਲੋਂ ਕਰਵਾਇਆ ਗਿਆ ਕਿ ਆਰ.ਡੀ. ਸ਼ਰਮਾ ਜੀ ਝੂਠ ਬੋਲਦੇ ਨੇ ਕਿ ਮੇਰੀ ਦੁਕਾਨ ਕੋਈ ਸੀਲ ਨਹੀਂ ਕਰਾਈ, ਮੈਨੂੰ ਕੋਈ ਨੋਟਿਸ ਨਹੀਂ ਆਇਆ। ਪਰ ਮੈਂ ਇੱਕ ਗੱਲ ਸੀਤਾ ਰਾਮ ਜੀ ਦਾ ਜਦੋਂ ਉਹਨਾਂ ਨੇ ਇੰਟਰਵਿਊ ਦਿੱਤੀ, ਮੈਂ ਤਾਂ ਇਹ ਗੱਲ ਕਹੂੰਗਾ ਕਿ ਉਹਨਾਂ ਦੀ ਬੇਬਸੀ, ਉਹਨਾਂ ਦਾ ਰੋਣਾ ਇਹੀ ਜ਼ਾਹਰ ਕਰ ਦਿੰਦਾ ਵੀ ਉਹ ਦਿਲ ਤੋਂ ਵਿਚਾਰੇ ਕਿੰਨੇ ਕੁ ਦੁਖੀ ਸੀ ਔਰ ਕਿੰਨੇ ਕੁ ਮਜਬੂਰ ਸੀ। ਕਿ ਸੀਤਾ ਰਾਮ ਜੀ ਵਿਚਾਰਿਆਂ ਦੀ ਉੱਥੇ ਕਾਫੀ ਪ੍ਰਾਪਰਟੀ ਹੈ, ਸਿਰਫ ਇੱਕ ਦੁਕਾਨ ਨਹੀਂ, ਕਾਫੀ ਪ੍ਰਾਪਰਟੀ ਹੈ। ਉਹ ਸੀਤਾ ਰਾਮ ਜੀ ਬੱਗਾ ਜੀ ਦੇ ਖਿਲਾਫ ਬੋਲ ਕੇ ਤੇ ਆਪਣੀ ਪ੍ਰਾਪਰਟੀ ਦਾ ਨੁਕਸਾਨ ਥੋੜਾ ਕਰਾਉਣਗੇ ਵੀ ਬਾਕੀ ਪ੍ਰਾਪਰਟੀ ਨੂੰ ਕਹਿ ਦੇਣ ਕਿ ਹਾਂ ਆਰ.ਡੀ. ਸ਼ਰਮਾ ਠੀਕ ਕਹਿੰਦਾ ਤੇ ਆਪਣੀ ਪ੍ਰਾਪਰਟੀਆਂ ਬਾਕੀ ਵੀ ਸੀਲ ਕਰਵਾਉਣੀਆਂ, ਕਿਉਂਕਿ ਹੱਲੇ ਤਾਂ ਸਰਕਾਰ 3.5 ਸਾਲ ਪਈ ਹੈ। ਤੇ ਮੈਂ ਜਦੋਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਦੁਕਾਨ ਸੀਲ ਕੀਤੀ ਸੀ? ਉਹ ਕਹਿੰਦੇ ਬਿਲਕੁਲ ਕੀਤੀ ਸੀ। ਤੇ ਮੈਂ ਕਿਹਾ ਹੁਣ ਉਹ ਖੋਲਤੀ? ਉਹ ਕਹਿੰਦੇ ਹਾਂਜੀ ਅਸੀਂ ਦੁਕਾਨ ਖੋਲਤੀ। ਅਸ਼ਵਨੀ ਸ਼ਰਮਾ ਜੀ ਜਿਹੜੇ ਕਾਂਗਰਸ ਦੇ ਪ੍ਰਧਾਨ ਸੀ, ਵੀ ਕਾਉਂਸਲਰ ਵੀ ਸੀਗੇ, ਉਹਨਾਂ ਦੇ ਨਾਲ ਸੀਤਾ ਰਾਮ ਜੀ ਨੇ ਇਹ ਗੱਲ ਕੀਤੀ ਕਿ ਮੇਰੀਆਂ ਦੁਕਾਨਾਂ ਸੀਲ ਕਰ ਦਿੱਤੀ ਗਈ, ਮੇਰੀ ਦੁਕਾਨ ਤੇ ਮੇਰੇ ਤੇ ਬਹੁਤ ਪ੍ਰੈਸ਼ਰ ਹੈ। ਦਿਲੋਂ ਜੇ ਮੇਰੇ ਹਿਸਾਬ ਨਾਲ 10 ਬੰਦੇ ਕਰਾਉਣਗੇ ਤੇ ਇੱਕ ਅੱਧਾ ਸ਼ਾਇਦ ਦਿਲੋਂ ਚੱਲ ਜਾਏ, ਬਾਕੀ 9 ਤਾਂ ਸਾਰੇ ਪ੍ਰੈਸ਼ਰ ਥੱਲੇ ਜਾਂਦੇ ਪਏ ਨੇ। ਮੈਂ ਰਿਐਲਿਟੀ ਤੁਹਾਨੂੰ ਗੱਲ ਦੱਸਾਂ, ਸਾਡੇ ਨਾਲ ਵੀ ਕਈ ਬੰਦਿਆਂ ਦੀ ਗੱਲ ਹੁੰਦੀ, ਜਿਹੜਾ ਕੋਈ ਉੱਧਰ ਜਾਂਦਾ ਅਸੀਂ ਉਹਨੂੰ ਕਹਿੰਦੇ ਵੀ ਮਿੱਤਰ ਕੀ ਗੱਲ ਸਰਕਾਰ ਚੇਂਜ ਹੋ ਗਈ, ਉੱਧਰ ਤੁਰਿਆ ਫਿਰਦਾ। ਉਹ ਕਹਿੰਦਾ ਭਾਜੀ 3 ਸਾਲ ਸਬਰ ਕਰ ਲਓ, ਜਦੋਂ 6 ਮਹੀਨੇ ਰਹਿ ਜਾਣਗੇ ਫਿਰ ਇੱਧਰ ਹੀ ਆ ਜਾਣਾ ਅਸੀਂ, ਤੁਸੀਂ ਚਿੰਤਾ ਨਾ ਕਰੋ। ਅਫਸਰਾਂ ਨਾਲ ਗੱਲ ਕੀਤੀ ਕਿ ਉਹਦਾ ਜੁਰਮਾਨਾ ਕਿੰਨਾ ਲੱਗਿਆ ਵਾ, ਤਾਂ ਉਹਨਾਂ ਨੇ ਕਿਹਾ ਜੀ ਜੁਰਮਾਨਾ ਨਹੀਂ ਹੱਲੇ ਅਸੀਂ ਲਗਾਇਆ, ਉਹਦੇ ਕੋਲੋਂ ਅਸੀਂ ਲਿਖਤ ਲੈ ਲਈ ਆ ਵੀ ਮੈਂ ਜੁਰਮਾਨਾ ਜਮ੍ਹਾਂ ਕਰਾ ਦੂੰਗਾ। ਮੈਂ ਤਾਂ ਇਹ ਸਮਝਦਾ, ਮੈਂ ਕਾਰਪੋਰੇਸ਼ਨ ਦੇ ਵਿੱਚ 20 ਸਾਲ ਤੋਂ ਮੈਂ ਵੀ ਇਨਵੋਲਵ ਹਾਂ। ਇਹ ਪਹਿਲਾ ਮੈਂ ਐਪੀਸੋਡ ਦੇਖਿਆ ਕਿ ਬਿਨਾਂ ਨੋਟਿਸ ਤੋਂ ਦੁਕਾਨ ਸੀਲ ਹੋ ਜਾਂਦੀ ਹੈ ਔਰ ਬਿਨਾਂ ਜੁਰਮਾਨਾ ਜਮ੍ਹਾਂ ਕਰਾਏ ਤੋਂ ਦੁਕਾਨ ਖੁੱਲ੍ਹ ਜਾਂਦੀ ਹੈ। ਮੈਨੂੰ ਉਦੋਂ ਵੀ ਯਾਦ ਹੈ ਕਿ ਜਦੋਂ ਮਦਨ ਲਾਲ ਬੱਗਾ ਜੀ, ਜਿਨ੍ਹਾਂ ਨੂੰ ਰਾਜਿਆ ਮੰਤਰੀ ਕਿਹਾ ਜਾਂਦਾ ਸੀ, ਮੈਂ ਡਿਪਟੀ ਮੇਅਰ ਸੀ, ਤੇ ਉਦੋਂ ਵੀ ਇਹਨਾਂ ਨੇ ਇੱਕ ਵਾਰੀ ਮੇਰੇ ਨਾਲ ਸਿੰਘ ਫਸਾਲੇ ਸੀ ਕਿ ਮੈਂ ਤਾਂ ਕਮਰਾ ਲੈ ਕੇ ਛੱਡੂੰਗਾ। ਤੇ ਮੈਨੂੰ ਅੱਜ ਉਹ ਵੀ ਗੱਲ ਯਾਦ ਹੈ ਕਿ ਹਾਊਸ ਦੇ ਅੰਦਰ ਜਦੋਂ ਮੈਂ ਚੱਲਾ ਸੀ ਤੇ ਇੱਕ ਸਾਡੇ ਪੱਤਰਕਾਰ ਵੀਰ ਨੇ ਕਿਹਾ ਸੀ, ਉਦੋਂ ਇਹ ਅਕਾਲੀ ਦਲ ਦੇ ਵਿੱਚ ਸੀਗੇ, ਕਿ ਅੱਜ ਪੰਡਤ ਜੀ ਕਮਰਾ ਇਹਨਾਂ ਨੂੰ ਮਿਲ ਕੇ ਰਹਿਣਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਈਓ। ਤੇ ਮੈਂ ਪੱਤਰਕਾਰ ਸਾਹਿਬ ਨੂੰ ਇਹ ਗੱਲ ਕਹਿ ਕੇ ਗਿਆ ਸੀ ਅੰਦਰ ਹਾਊਸ ਦੇ ਕਿ ਜੇ ਇਹਨਾਂ ਨੂੰ ਅੱਜ ਕਮਰਾ ਅਲਾਟ ਹੋ ਗਿਆ ਤਾਂ ਮੈਂ ਰਾਜਨੀਤੀ ਛੱਡ ਦੂੰਗਾ। ਤੇ ਫਿਰ ਮੈਂ ਕਮਰਾ ਉਦੋਂ ਨਹੀਂ ਸੀ ਲੈਣ ਦਿੱਤਾ ਕਿ ਭਾਈ ਇਹਨਾਂ 'ਚ ਪਾਰਟੀ 'ਚ, ਆਮ ਆਦਮੀ ਪਾਰਟੀ 'ਚ ਵੈਸੇ ਵੀ ਜਦੋਂ ਕੋਈ ਆ ਜਾਂਦਾ ਉਹ ਧੋਤਾ ਜਾਂਦਾ ਵਾ, ਕਿਉਂਕਿ ਇਹਨਾਂ ਕੋਲ ਇੱਕ ਵਾਸ਼ਿੰਗ ਮਸ਼ੀਨ ਕੋਈ ਸਪੈਸ਼ਲ ਹੈਗੀ ਆ। जनहितैषी टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ, ਜਨਹਿਤੈਸ਼ੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਜਲ ਤਮਨ। ਬੀਤੇ ਕੁਝ ਦਿਨ ਪਹਿਲੇ ਸੋਸ਼ਲ ਮੀਡੀਆ ਦੇ ਉੱਤੇ ਮੁੱਦਾ ਭਖਦਾ ਹੈ ਕਿ ਦੁਕਾਨਾਂ ਸੀਲ ਕਰਵਾਈਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਐਮਐਲਏ ਨੂੰ ਮਿਲਣ ਤੋਂ ਬਾਅਦ ਦੁਕਾਨਾਂ ਖੁੱਲ ਜਾਂਦੀਆਂ ਨੇ। ਮਗਰ ਜਿਸ ਚੀਜ਼ ਦਾ ਸੀਲ ਹੁੰਦੀਆਂ ਨੇ, ਜਿਹੜੀ ਫੀਸ ਹੈ, ਜਿਹੜੀ ਉਹ ਫੀਸ ਨੂੰ ਜਿਹੜੀ ਦਿੱਤੀ ਜਾਂਦੀ ਹੈ, ਉਹ ਫੀਸ ਦਿੱਤੀ ਜਾਂਦੀ ਹੈ ਕਿ ਨਹੀਂ ਦਿੱਤੀ ਜਾਂਦੀ, ਕਿਉਂ ਦੁਕਾਨਾਂ ਖੁੱਲ ਜਾਂਦੀਆਂ ਨੇ ਤੇ ਕਿਉਂ ਆ ਕੇ ਕਿਸ ਦੀ ਸ਼ਹਿ ਦੇ ਉੱਤੇ ਆ ਕੇ ਅਫਸਰ ਨੇ ਜਿਹੜੀਆਂ ਦੁਕਾਨਾਂ ਬੰਦ ਕਰ ਦਿੰਦੇ ਨੇ। ਮਗਰ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਹੋ ਕੇ ਆਰ.ਡੀ. ਸ਼ਰਮਾ ਜੀ ਵੱਲੋਂ ਆਰੋਪ ਲਗਾਏ ਗਏ ਸੀਗੇ ਤੇ ਉਹਨਾਂ ਨੂੰ ਕਿਹਾ ਵੀ ਗਿਆ ਸੀਗਾ ਕਿ ਇਹ ਜਿਹੜੀ ਚੀਜ਼ ਹੈ, ਇਹ ਸਾਰਾ ਭਾਣਾ ਜਿਹੜਾ ਵਾਪਰਦਾ ਹੈ ਪ੍ਰੈਸ਼ਰ ਦੇ ਹੇਠ ਵਾਪਰਦਾ ਹੈ, ਕਿਉਂਕਿ ਲੋਕਾਂ ਨੂੰ ਦਬਾਅ ਹੇਠ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਜਾ ਰਿਹਾ। ਤੇ ਹਲਕਾ ਨੌਰਥ ਤੋਂ ਆਰ.ਡੀ. ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ, ਐਕਸ ਡਿਪਟੀ ਮੇਅਰ ਵੀ ਨੇ ਤੇ ਇਸ ਟਾਈਮ ਹਲਕਾ ਇੰਚਾਰਜ ਵੀ ਨੇ। ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਰੀ ਕਿ ਕੀ ਸਾਰਾ ਮੈਟਰ ਸੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਇਹ ਮੈਟਰ ਇਹ ਸੀਗਾ ਜੀ ਕਿ ਸੀਤਾ ਰਾਮ ਜੀ ਦੀ ਦੁਕਾਨ ਕਾਰਪੋਰੇਸ਼ਨ ਨੇ ਸੀਲ ਕਰ ਦਿੱਤੀ। ਸੀਲ ਕਰਨ ਤੋਂ ਬਾਅਦ ਜਦੋਂ ਦੁਕਾਨ ਸੀਲ ਕਰ ਦਿੱਤੀ ਗਈ ਤਾਂ ਉਸ ਤੋਂ ਬਾਅਦ ਇੱਕ ਹੋਰ ਇਨਸੀਡੈਂਸ ਹੋਇਆ ਜਿਹਦੇ ਵਿੱਚ ਮੈਂ ਮੀਡੀਆ ਦੇ ਵਿੱਚ ਆ ਕੇ ਗੱਲ ਕਹੀ, ਸੋਸ਼ਲ ਮੀਡੀਆ ਦੇ ਵੀ, ਕਿ ਇਹ ਰਾਜਨੀਤੀ ਜਿਹੜੀ ਹੈ ਬੱਗਾ ਜੀ ਦਬਾਅ ਦੀ ਰਾਜਨੀਤੀ ਕਰ ਰਹੇ ਆ, ਕਿ ਜਿਹਦੇ ਅਧੀਨ ਸੀਤਾ ਰਾਮ ਜੀ ਦੀ ਦੁਕਾਨ ਬੰਦ ਕਰਾਈ ਗਈ, ਸੀਲ ਕਰਾਈ ਗਈ। ਤੇ ਸੀਲ ਕਰਾਉਣ ਤੋਂ ਬਾਅਦ ਸੀਤਾ ਰਾਮ ਜੀ ਨੂੰ ਜੁਆਇਨਿੰਗ ਕਰਾਈ ਗਈ। ਉਹਦਾ ਸੀਤਾ ਰਾਮ ਜੀ ਨੇ ਕਾਊਂਟਰ ਵੀ ਕੀਤਾ, ਜਿਹੜਾ ਕਿ ਇਹਨਾਂ ਵੱਲੋਂ ਕਰਵਾਇਆ ਗਿਆ ਕਿ ਆਰ.ਡੀ. ਸ਼ਰਮਾ ਜੀ ਝੂਠ ਬੋਲਦੇ ਨੇ ਕਿ ਮੇਰੀ ਦੁਕਾਨ ਕੋਈ ਸੀਲ ਨਹੀਂ ਕਰਾਈ, ਮੈਨੂੰ ਕੋਈ ਨੋਟਿਸ ਨਹੀਂ ਆਇਆ।
ਪਰ ਮੈਂ ਇੱਕ ਗੱਲ ਸੀਤਾਰਾਮ ਜੀ ਦਾ ਜਦੋਂ ਉਹਨਾਂ ਨੇ ਇੰਟਰਵਿਊ ਦਿੱਤੀ, ਮੈਂ ਤਾਂ ਇਹ ਗੱਲ ਕਹੂੰਗਾ ਕਿ ਉਹਨਾਂ ਦੀ ਬੇਬਸੀ, ਉਹਨਾਂ ਦਾ ਰੋਣਾ ਇਹੀ ਜ਼ਾਹਰ ਕਰ ਦਿੰਦਾ ਵੀ ਉਹ ਦਿਲ ਤੋਂ ਵਿਚਾਰੇ ਕਿੰਨੇ ਕੁ ਦੁਖੀ ਸੀ ਔਰ ਕਿੰਨੇ ਕੁ ਮਜਬੂਰ ਸੀ ਕਿ ਇੱਕ ਆਦਮੀ ਜਿਹਨੇ ਸਾਰੀ ਉਮਰ ਕਾਂਗਰਸ 'ਚ ਬਿਤਾਈ ਔਰ ਉਹਨਾਂ ਨੂੰ ਜ਼ਬਰਦਸਤੀ ਜਿਹੜੀ ਹੈ ਉਹ ਪਾਰਟੀ ਛਡਵਾ ਦਿੱਤੀ ਗਈ। ਤੇ ਮੈਂ ਸੀਤਾਰਾਮ ਜੀ ਦੀ ਜਿਹੜਾ ਦਰਦ ਵੀ ਸਮਝਦਾ। ਔਰ ਮੈਂ ਇੱਕ ਗੱਲ ਕਹੂੰਗਾ ਕਿ ਸੀਤਾਰਾਮ ਜੀ ਵਿਚਾਰਿਆਂ ਦੀ ਉੱਥੇ ਕਾਫੀ ਪ੍ਰਾਪਰਟੀ ਆ, ਸਿਰਫ ਇੱਕ ਦੁਕਾਨ ਨਹੀਂ, ਕਾਫੀ ਪ੍ਰਾਪਰਟੀ ਆ। ਹੁਣ ਸੀਤਾਰਾਮ ਜੀ ਬੱਗਾ ਜੀ ਦੇ ਖਿਲਾਫ ਬੋਲ ਕੇ ਤੇ ਆਪਣੀ ਪ੍ਰਾਪਰਟੀ ਦਾ ਨੁਕਸਾਨ ਥੋੜਾ ਕਰਾਣਗੇ ਵੀ ਬਾਕੀ ਪ੍ਰਾਪਰਟੀ ਨੂੰ ਕਹਿ ਦੇਣ ਕਿ ਹਾਂ ਆਰ ਡੀ ਸ਼ਰਮਾ ਠੀਕ ਕਹਿੰਦਾ ਤੇ ਆਪਣੀ ਪ੍ਰਾਪਰਟੀਆਂ ਬਾਕੀ ਵੀ ਸੀਲ ਕਰਵਾਉਣੀਆਂ, ਕਿਉਂਕਿ ਹੱਲੇ ਤਾਂ ਸਰਕਾਰ 3.5 ਸਾਲ ਪਈ ਆ। ਸੋ ਇਸੇ ਲੜੀ ਦੇ ਅਧੀਨ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇੱਕ ਗੱਲ ਕਹੀ ਕਿ ਮੈਨੂੰ ਕੋਈ ਵੀ ਨੋਟਿਸ ਨਹੀਂ ਆਇਆ। ਤੇ ਮੈਂ ਜਦੋਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਦੁਕਾਨ ਸੀਲ ਕੀਤੀ ਸੀ? ਉਹ ਕਹਿੰਦੇ ਬਿਲਕੁਲ ਕੀਤੀ ਸੀ। ਤੇ ਮੈਂ ਕਿਹਾ ਹੁਣ ਉਹ ਖੋਲਤੀ? ਉਹ ਕਹਿੰਦੇ ਹਾਂਜੀ ਅਸੀਂ ਦੁਕਾਨ ਖੋਲਤੀ। ਮੈਂ ਕਿਹਾ ਵੀ ਉਹਦਾ ਕਿੰਨਾ ਜੁਰਮਾਨਾ ਤੁਸੀਂ ਜਮ੍ਹਾਂ ਕਰਵਾਇਆ? ਕਿਉਂਕਿ ਅਸ਼ਵਨੀ ਸ਼ਰਮਾ ਜੀ ਜਿਹੜੇ ਕਾਂਗਰਸ ਦੇ ਪ੍ਰਧਾਨ ਸੀ, ਵੀ ਕਾਉਂਸਲਰ ਵੀ ਸੀਗੇ, ਉਹਨਾਂ ਦੇ ਨਾਲ ਸੀਤਾਰਾਮ ਜੀ ਨੇ ਇਹ ਗੱਲ ਕੀਤੀ ਕਿ ਮੇਰੀਆਂ ਦੁਕਾਨਾਂ ਸੀਲ ਕਰ ਦਿੱਤੀ ਗਈ, ਮੇਰੀ ਦੁਕਾਨ ਤੇ ਮੇਰੇ ਤੇ ਬਹੁਤ ਪ੍ਰੈਸ਼ਰ ਹੈ। ਤੇ ਅਸ਼ਵਨੀ ਸ਼ਰਮਾ ਜੀ ਨੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਤੁਹਾਡਾ ਨਿਪਟਾਰਾ ਜਿਹੜਾ ਵਾ ਇਹ ਕਾਰਪੋਰੇਸ਼ਨ ਤੋਂ ਕਰਵਾ ਦਾਂਗੇ। ਪਰ ਉਸ ਤੋਂ ਬਾਅਦ ਅਸ਼ਵਨੀ ਜੀ ਨੇ ਆਸ਼ੂ ਜੀ ਨਾਲ ਵੀ, ਜਿਹੜੇ ਮੰਤਰੀ ਰਹਿ ਚੁੱਕੇ, ਉਹਨਾਂ ਨਾਲ ਵੀ ਉਹਨਾਂ ਦੀ ਗੱਲ ਕਰਾਈ, ਪਰ ਉਹ ਪ੍ਰੈਸ਼ਰ ਥੱਲੇ ਸੀ। ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਸ਼ੁੱਕਰਵਾਰ ਨੂੰ ਇਹ ਗੱਲ ਹੋਈ ਹੈ ਤੇ ਸ਼ਨੀਵਾਰ ਨੂੰ ਦੁਬਾਰਾ ਜਿਹੜਾ ਵਾ ਕਾਰਪੋਰੇਸ਼ਨ ਉੱਥੇ ਕਿਤੇ ਪਹੁੰਚ ਗਈ ਤੇ ਪ੍ਰੈਸ਼ਰ ਥੱਲੇ ਫੇਰ ਉਹ ਆ ਗਏ ਤੇ ਐਤਵਾਰ ਨੂੰ ਦੁਕਾਨਾਂ ਜਿਹੜੀਆਂ ਸੀ, ਐਤਵਾਰ ਨੂੰ ਜਿਹੜਾ ਉਹਨਾਂ ਨੇ ਜੁਆਇਨਿੰਗ ਕਰ ਲਈ ਆ। ਮਤਲਬ ਜਿਹੜੀਆਂ ਜੁਆਇਨਿੰਗਾਂ ਹੋਣਗੀਆਂ ਉਹ ਪ੍ਰੈਸ਼ਰ ਹੇਠ ਆ ਕੇ ਹੋਣਗੀਆਂ, ਆਪਣੇ ਦਿਲੋਂ ਨਹੀਂ ਕੋਈ ਜਾਏਗਾ। ਜੇ ਜਾਏਗਾ ਮੈਂ ਕਹਿੰਦਾ ਜੀ ਦਿਲੋਂ, ਜੇ ਮੇਰੇ ਹਿਸਾਬ ਨਾਲ ਇਹ 10 ਬੰਦੇ ਕਰਾਣਗੇ ਤੇ ਇੱਕ ਅੱਧਾ ਸ਼ਾਇਦ ਦਿਲੋਂ ਚੱਲ ਜੇ, ਬਾਕੀ 9 ਤਾਂ ਸਾਰੇ ਪ੍ਰੈਸ਼ਰ ਥੱਲੇ ਜਾਂਦੇ ਪਏ ਨੇ। ਮੈਂ ਰਿਐਲਿਟੀ ਤੁਹਾਨੂੰ ਗੱਲ ਦੱਸਾਂ, ਕੋਈ ਵਿਚਾਰਾ ਬੋਲਦਾ ਹੈ, ਕੋਈ ਨਹੀਂ ਬੋਲਦਾ, ਕਿਉਂਕਿ ਉਹਨੂੰ ਲੱਗਦਾ ਕਿ ਹੱਲੇ 3.5 ਸਾਲ ਸਰਕਾਰ ਹੋਰ ਹੈ। ਤੇ ਸਾਡੇ ਨਾਲ ਵੀ ਕਈ ਬੰਦਿਆਂ ਦੀ ਗੱਲ ਹੁੰਦੀ, ਜਿਹੜਾ ਕੋਈ ਉੱਧਰ ਜਾਂਦਾ ਅਸੀਂ ਉਹਨੂੰ ਕਹਿੰਦੇ ਵੀ ਮਿੱਤਰ ਕੀ ਗੱਲ ਸਰਕਾਰ ਚੇਂਜ ਹੋ ਗਈ, ਉੱਧਰ ਤੁਰਿਆ ਫਿਰਦਾ। ਉਹ ਕਹਿੰਦਾ ਭਾਜੀ 3 ਕੁ ਸਾਲ ਸਬਰ ਕਰ ਲਓ, ਜਦੋਂ 6 ਮਹੀਨੇ ਰਹਿ ਜਾਣਗੇ ਫਿਰ ਇੱਧਰ ਹੀ ਆ ਜਾਣਾ ਅਸੀਂ, ਤੁਸੀਂ ਚਿੰਤਾ ਨਾ ਕਰੋ। ਸੋ ਇਹੋ ਜਿਹਾ ਜਿਹੜਾ ਸਿਸਟਮ ਹੈ ਨਾ ਇੱਥੇ ਚੱਲ ਰਿਹਾ। ਇਸੇ ਲੜੀ ਦੇ ਅਧੀਨ ਦੁਬਾਰਾ ਜਦੋਂ ਫਿਰ ਮੈਂ ਅਫਸਰਾਂ ਨਾਲ ਗੱਲ ਕੀਤੀ ਕਿ ਉਹਦਾ ਜੁਰਮਾਨਾ ਕਿੰਨਾ ਲੱਗਿਆ ਵਾ, ਤਾਂ ਉਹਨਾਂ ਨੇ ਕਿਹਾ ਜੀ ਜੁਰਮਾਨਾ ਨਹੀਂ ਹੱਲੇ ਅਸੀਂ ਲਗਾਇਆ, ਉਹਦੇ ਕੋਲੋਂ ਅਸੀਂ ਲਿਖਤ ਲੈ ਲਈ ਆ ਵੀ ਮੈਂ ਜੁਰਮਾਨਾ ਜਮ੍ਹਾਂ ਕਰਾ ਦੂੰਗਾ। ਮੈਂ ਤਾਂ ਇਹ ਸਮਝਦਾ ਮੈਂ ਕਾਰਪੋਰੇਸ਼ਨ ਦੇ ਵਿੱਚ 20 ਸਾਲ ਤੋਂ ਮੈਂ ਵੀ ਇਨਵੋਲਵ ਹਾਂ। ਇਹ ਪਹਿਲਾ ਮੈਂ ਐਪੀਸੋਡ ਦੇਖਿਆ ਕਿ ਬਿਨਾਂ ਨੋਟਿਸ ਤੋਂ ਦੁਕਾਨ ਸੀਲ ਹੋ ਜਾਂਦੀ ਹੈ ਔਰ ਬਿਨਾਂ ਜੁਰਮਾਨਾ ਜਮ੍ਹਾਂ ਕਰਾਏ ਤੋਂ ਦੁਕਾਨ ਖੁੱਲ੍ਹ ਜਾਂਦੀ ਹੈ। ਤੇ ਇਹਦੇ 'ਚ ਫਿਰ ਇਹ ਤਾਂ ਅੰਡਰਸਟੂਡ ਹੋ ਗਈ ਨਾ ਕਿ ਕਿਸੇ ਨਾ ਕਿਸੇ ਲੀਡਰ ਦੀ ਗੱਲ ਕਿਹਾ ਵੀ ਬੰਦ ਕਰ ਦੇ ਤੇ ਬੰਦ ਹੋ ਗਈ, ਜਦੋਂ ਉਹਨਾਂ ਨੇ ਕਿਹਾ ਖੋਲ੍ਹ ਦੇ ਤੇ ਉਹ ਖੋਲ੍ਹ ਦਿੱਤੀ ਗਈ। ਆਹ ਸਾਰਾ ਮਸਲਾ ਜੀ। ਜੇ ਜਿਸ ਤਰੀਕੇ ਤੁਸੀਂ ਆਵਾਜ਼ ਚੱਕ ਰਹੇ ਹੋ, ਕਿੱਥੇ ਨਾ ਕਿੱਥੇ ਉਸ ਚੀਜ਼ ਦੀ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਤੁਸੀਂ ਆਵਾਜ਼ ਕਿਉਂ ਇਕੱਲੇ ਚੱਕ ਰਹੇ ਹੋ, ਤੁਹਾਨੂੰ ਹੀ ਖਾਲੀ ਕਿਉਂ ਪ੍ਰੋਬਲਮ ਹੋ ਰਹੀ ਹੈ? ਮੈਨੂੰ, ਮੈਂ ਇੱਕ ਗੱਲ ਜਾਣਨਾ ਜੀ ਕਿ ਮੈਂ ਸਿਰਫ ਪਰਮਾਤਮਾ ਤੋਂ ਡਰਨ ਵਾਲਾ ਬੰਦਾ ਔਰ ਮੈਂ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ। ਇਨਸਾਨ ਤੋਂ ਮੈਂ ਨਹੀਂ ਜਲਦੀ ਡਰਦਾ ਜੀ। ਮੈਂ ਤੁਹਾਨੂੰ ਸਾਫ਼ ਜੀ ਗੱਲ ਦੱਸਾਂ, ਠੀਕ ਆ ਉਹ ਪਾਵਰ 'ਚ ਨੇ, ਕੋਈ ਇਹੋ ਜਿਹੀ ਗੱਲ ਨਹੀਂ, ਪਾਵਰਾਂ ਅਸੀਂ ਵੀ ਹੰਢਾਈਆਂ ਨੇ। ਮੈਨੂੰ ਉਦੋਂ ਵੀ ਯਾਦ ਹੈ ਕਿ ਜਦੋਂ ਮਦਨ ਲਾਲ ਬੱਗਾ ਜੀ, ਜਿਨ੍ਹਾਂ ਨੂੰ ਰਾਜਿਆ ਮੰਤਰੀ ਕਿਹਾ ਜਾਂਦਾ ਸੀ, ਮੈਂ ਡਿਪਟੀ ਮੇਅਰ ਸੀ, ਤੇ ਉਦੋਂ ਵੀ ਇਹਨਾਂ ਨੇ ਇੱਕ ਵਾਰੀ ਮੇਰੇ ਨਾਲ ਸਿੰਘ ਫਸਾਲੇ ਸੀ ਕਿ ਮੈਂ ਤਾਂ ਕਮਰਾ ਲੈ ਕੇ ਛੱਡੂੰਗਾ। ਤੇ ਮੈਨੂੰ ਅੱਜ ਉਹ ਵੀ ਗੱਲ ਯਾਦ ਹੈ ਕਿ ਹਾਊਸ ਦੇ ਅੰਦਰ ਜਦੋਂ ਮੈਂ ਚੱਲਾ ਸੀ ਤੇ ਇੱਕ ਸਾਡੇ ਪੱਤਰਕਾਰ ਵੀਰ ਨੇ ਕਿਹਾ ਸੀ, ਉਦੋਂ ਇਹ ਅਕਾਲੀ ਦਲ ਦੇ ਵਿੱਚ ਸੀਗੇ, ਕਿ ਅੱਜ ਪੰਡਤ ਜੀ ਕਮਰਾ ਇਹਨਾਂ ਨੂੰ ਮਿਲ ਕੇ ਰਹਿਣਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਈਓ। ਤੇ ਮੈਂ ਪੱਤਰਕਾਰ ਸਾਹਿਬ ਨੂੰ ਇਹ ਗੱਲ ਕਹਿ ਕੇ ਗਿਆ ਸੀ ਅੰਦਰ ਹਾਊਸ ਦੇ ਕਿ ਜੇ ਇਹਨਾਂ ਨੂੰ ਅੱਜ ਕਮਰਾ ਅਲਾਟ ਹੋ ਗਿਆ ਤਾਂ ਮੈਂ ਰਾਜਨੀਤੀ ਛੱਡ ਦੂੰਗਾ। ਤੇ ਫਿਰ ਮੈਂ ਕਮਰਾ ਉਦੋਂ ਨਹੀਂ ਸੀ ਲੈਣ ਦਿੱਤਾ। ਤੇ ਸੋ ਇਸ ਕਰਕੇ ਮੈਂ ਤਾਂ ਆਵਾਜ਼ ਜਿਹੜੀ ਹੈ ਜਿੱਥੇ ਗਲਤ ਕੰਮ ਹੋਊਗਾ ਉਠਾਉਂਦਾ ਹੀ ਰਹਿਣਾ ਜੀ। ਉਹ ਅੱਜ ਨਹੀਂ, ਮੈਂ ਅੱਗੇ ਵੀ ਉਠਾਉਂਦਾ ਹੀ ਰਹਿਣਾ। ਮੈਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ ਕਿ ਕੋਈ ਨੁਕਸਾਨ ਕਰਨਗੇ ਜਾਂ ਕੀ ਕਰਨਗੇ। ਠੀਕ ਹੈ, ਸੱਤਾ ਦੇ ਵਿੱਚ ਮੈਂ ਕੋਈ ਗਲਤ ਕੰਮ ਤਾਂ ਕਰਦਾ ਨਹੀਂ ਕਿ ਜਿਹੜਾ ਮੇਰਾ ਕੋਈ ਨੁਕਸਾਨ ਕਰ ਲੈਣਗੇ। ਜਾਂ ਤਾਂ ਹੋਵੇ ਨਾ ਕਿ ਮੈਂ ਗਲਤ ਕੰਮ ਕਰਦਾ ਤੇ ਤਾਂ ਮੇਰਾ ਕੋਈ ਨੁਕਸਾਨ ਕਰਨਗੇ। ਤੇ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕੋਈ ਵੀ ਕਿ ਭਾਈ ਕੋਈ ਮੇਰਾ ਨੁਕਸਾਨ ਕਰਨਗੇ। ਮੈਂ ਜਨਤਾ ਦੀ, ਜਿਹੜੀ ਜਨਤਾ ਨਾਲ ਕੋਈ ਗਲਤ ਕੰਮ ਹੁੰਦਾ ਰਹੇਗਾ, ਮੈਂ ਉਹਦੀ ਆਵਾਜ਼ ਉਠਾਉਂਦੇ ਰਹਿਣਾ। ਪਰ ਹਲਕਾ ਨੌਰਥ ਇੰਡਸਟਰੀਅਲ ਹੱਬ ਵੀ ਗਿਣਿਆ ਜਾਂਦਾ ਹੈ, ਕਿਤੇ ਨਾ ਕਿਤੇ ਇੰਡਸਟਰੀਆਂ ਵੀ ਵੱਧ ਨੇ ਤੇ ਹੋਜਰੀਆਂ ਇੱਧਰ ਸਭ ਤੋਂ ਵੱਧ ਚੱਲ ਰਹੀਆਂ ਨੇ। ਪਰ ਕਿਤੇ ਨਾ ਕਿਤੇ ਲੱਗਦਾ ਦਬਾਅ ਪਾ ਕੇ ਇਸ ਤਰੀਕੇ ਅਗਰ ਇੰਡਸਟਰੀ ਆਪਣੇ ਨਾਲ ਕਰ ਲਿੱਤੀ ਜਾਏਗੀ, ਅਗਰ ਇੰਡਸਟਰੀ ਕਰ ਲਿੱਤੀ ਜਾਏਗੀ ਤਾਂ ਇੰਡਸਟਰੀ ਕੋਲ ਵੋਟ ਓਬਵੀਅਸਲੀ ਹੈਗੀ ਹੈ, ਪਰ ਉਹ ਜਿਹੜੀ ਵੋਟ ਉੱਧਰ ਅਗਰ ਭੁਗਤ ਜਾਏਗੀ, ਕਿਤੇ ਨਾ ਕਿਤੇ ਇਲੈਕਸ਼ਨ ਸਟੰਟ ਚੱਲ ਰਿਹਾ ਹੈ। ਬਿਲਕੁਲ ਜੀ, ਇਲੈਕਸ਼ਨ ਦੇ ਲਈ ਸਾਰਾ ਕੁਝ ਚੱਲ ਰਿਹਾ ਕਿ ਅੱਗੇ ਕਾਉਂਸਲਰ ਦੇ ਇਲੈਕਸ਼ਨ ਹੈ। ਹੁਣ ਜਿਹੜੇ ਦੂਜੇ ਵੀ ਪਾਰਟੀਆਂ 'ਚੋਂ, ਮੈਂ ਇੱਕ ਗੱਲ ਹੋਰ ਭਾਜੀ ਕਹਿਣਾ ਚਾਹੁੰਦਾ ਕਿ 92 ਐਮਐਲਏ ਹੋਣ, 92 ਐਮਐਲਏ ਹੋਣ, ਸਰਕਾਰ ਮੌਜੂਦਾ ਹੋਵੇ, ਆਪਾਂ ਫਿਰ ਦੂਜੀ ਪਾਰਟੀਆਂ ਦੇ ਵਿੱਚੋਂ ਦੂਜੇ ਕਾਉਂਸਲਰ ਪੱਟ ਕੇ ਲਿਆ ਰਹੇ ਆ। ਇਹਦਾ ਮਤਲਬ ਇਹਨਾਂ ਨੂੰ ਆਪਣੇ ਵਰਕਰਾਂ ਤੇ ਅੱਜ ਵੀ ਯਕੀਨ ਨਹੀਂ ਹੈ।
ਆਪਣੀ ਕਾਰਗੁਜ਼ਾਰੀ ਤੇ ਅੱਜ ਵੀ ਯਕੀਨ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਇਲੈਕਸ਼ਨ ਜਿਤਾ ਲਾਂਗੇ। ਜੇ ਦੂਜਿਆਂ ਦੇ ਆਪਾਂ ਕਾਉਂਸਲਰ ਪੱਟ ਕੇ ਸਰਕਾਰ ਬਣੀ ਤੇ ਲਿਆ ਰਹੇ ਆ, ਤੇ ਉਹ ਵਿਚਾਰੇ ਵਰਕਰ ਜਿਹੜੇ ਦਰੀਆਂ ਵਿਛਾਉਂਦੇ ਪਏ ਨੇ ਉਹ ਕੀ ਕਰਨਗੇ? ਇਹਦਾ ਮਤਲਬ ਇਹਨਾਂ ਨੂੰ ਆਪਣੇ ਤੇ ਵਿਸ਼ਵਾਸ ਹੀ ਨਹੀਂ ਹੈ, ਤਾਂ ਹੀ ਇਹ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਆ ਪੱਟ ਕੇ ਲਿਆ ਰਹੇ ਆ। ਬੜੀ ਵੱਡੀ ਗੱਲ ਕਹੀ ਤੁਸੀਂ, ਜਿੱਥੇ ਕਿ ਕੌਂਸਲਰ ਅਗਰ ਦੂਸਰੀ ਪਾਰਟੀ ਦਾ ਆ ਜਾਣਗੇ, ਸੱਤਾ ਸੋਚ ਜਿਹੜਾ ਸੱਤਾ ਸੁੱਖ ਹੈ ਉਹ ਤਾਂ ਭੁਗਤ ਕੇ ਆ ਰਿਹਾ 5 ਸਾਲ ਦਾ, ਕੋਈ 10 ਸਾਲ ਦਾ ਭੁਗਤ ਕੇ ਆ ਰਿਹਾ, ਤੇ ਉਹ ਪਹਿਲਾਂ ਹੀ ਜਿਸ ਤਰੀਕੇ ਅਗਰ ਇਹ ਕਹਿੰਦੇ ਨੇ ਕਿ ਉਹ ਬੰਦਾ ਕਰਪਟ ਹੈ, ਇਹ ਬੰਦਾ ਕਰਪਟ ਹੈ, ਹਰ ਇੱਕ ਚੀਜ਼ ਦੇ ਉੱਪਰ ਇਲਜ਼ਾਮ ਲੱਗਦੇ ਨੇ, ਪਰ ਉਹ ਇਲਜ਼ਾਮ ਲੱਗਣ ਤੋਂ ਬਾਅਦ ਅਗਰ ਕਰਪਟ ਬੰਦਾ ਹੀ ਦੁਬਾਰਾ ਆਮ ਆਦਮੀ ਪਾਰਟੀ 'ਚ ਆ ਜਾਂਦਾ ਹੈ ਤੇ ਫਿਰ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ? ਉਹ ਇਸ ਤਰ੍ਹਾਂ ਹੁੰਦਾ ਨਾ ਜੀ, ਜਦੋਂ ਉਹ ਕੋਈ ਬੰਦਾ ਇਹਨਾਂ 'ਚ ਆ ਜਾਂਦਾ ਤੇ ਇਹਨਾਂ ਕੋਲ ਵਾਸ਼ਿੰਗ ਮਸ਼ੀਨ ਆ, ਉਹਦੇ 'ਚ ਧੋਤਾ ਜਾਂਦਾ, ਉਹ ਧੋਤਾ ਜਾਣ ਤੋਂ ਬਾਅਦ ਉਹ ਫਿਰ ਸਾਫ਼ ਸੁਥਰਾ ਹੋ ਜਾਂਦਾ ਵਾ। ਉਹ ਇਹਨਾਂ ਕੋਲ ਮਸ਼ੀਨ ਬੜੀ ਬਤੌਰ ਆ, ਕਿਉਂਕਿ ਆ ਤੁਸੀਂ ਜਲੰਧਰ ਦਾ ਇਲੈਕਸ਼ਨ ਦੇਖ ਲਓ ਤੇ ਸੁਸ਼ੀਲ ਰਿੰਕੂ ਤੇ ਜਿਹੜਾ ਸ਼ੀਤਲ ਉਂਗਰਾਲ MLA, ਉਹਨੇ ਪਤਾ ਨਹੀਂ ਕਿੱਡੇ ਇਲਜ਼ਾਮ ਲਾਏ ਸੀ ਵੀ ਇਹ ਸੱਟਾ ਕਰਾਂਦਾ, ਆਹ ਕਰਾਂਦਾ, ਉਹ ਕਰਾਂਦਾ, ਤੇ ਜਿੱਦਣ ਉਹ ਪਾਰਟੀ 'ਚ ਸ਼ਾਮਲ ਹੋ ਗਿਆ ਸ਼ੀਤਲ ਉਂਗਰਾਲ ਕਹਿੰਦਾ ਮੈਂ ਹੁਣ ਇਹਦੀ ਮਦਦ ਕਰੂੰਗਾ, ਇਹ ਪਾਰਟੀ 'ਚ ਆ ਗਿਆ, ਉਦੋਂ ਸਾਰੇ ਇਲਜ਼ਾਮ ਧੋਤੇ ਗਏ। ਸੋ ਇਹ ਇੱਕ ਸਿਸਟਮ ਹੈ ਕਿ ਭਾਈ ਇਹਨਾਂ 'ਚ ਪਾਰਟੀ 'ਚ ਆਮ ਆਦਮੀ ਪਾਰਟੀ 'ਚ ਵੈਸੇ ਵੀ ਜਦੋਂ ਕੋਈ ਆ ਜਾਂਦਾ ਉਹ ਧੋਤਾ ਜਾਂਦਾ ਵਾ, ਕਿਉਂਕਿ ਇਹਨਾਂ ਕੋਈ ਇੱਕ ਵਾਸ਼ਿੰਗ ਮਸ਼ੀਨ ਕੋਈ ਸਪੈਸ਼ਲ ਹੈਗੀ ਆ। ਸੋ ਮੈਂ ਤਾਂ ਇਹੀ ਗੱਲ ਕਹਿ ਰਿਹਾ, ਮੈਨੂੰ ਤਾਂ ਉਹਨਾਂ ਵਿਚਾਰੇ ਵਰਕਰਾਂ ਤੇ ਵੀ ਤਰਸ ਆਉਂਦਾ ਕਿ ਜਿਹੜੇ ਵਿਚਾਰੇ ਦਰੀਆਂ ਵਿਛਾਉਂਦੇ ਰਹੇ, ਜਿਹੜੇ ਵਿਚਾਰੇ ਇੱਥੇ ਤੱਕ ਅੱਜ ਪਾਰਟੀ ਨੂੰ ਲੈ ਕੇ। ਮੈਂ ਇੱਕ ਤੁਹਾਨੂੰ ਇਨਸੀਡੈਂਟ ਸੁਣਾਉਣ ਲੱਗਾ ਛੋਟਾ ਜਿਹਾ, ਮੈਨੂੰ ਅੱਜ ਵੀ ਯਾਦ ਆ ਕਿ ਬਾਰਿਸ਼ ਹੋ ਰਹੀ ਸੀ ਮੇਰੇ ਵਾਰਡ ਦੇ ਵਿੱਚ, ਉਦੋਂ ਮੈਂ ਡਿਪਟੀ ਮੇਅਰ ਸੀ ਸ਼ਾਇਦ, ਤੇ ਇੱਕ ਭਾਈ ਸਾਹਿਬ ਆਏ ਸਾਡੇ, ਇੱਕ ਛਿੰਦਾ ਜੀ ਨੇ, ਇੱਥੇ ਇੰਸਪੈਕਟਰ ਸੀਗੇ, ਉਹ ਇੰਸਪੈਕਟਰੀ ਤੋਂ ਰਿਟਾਇਰ ਹੋਏ ਸੀ ਪੁਲਿਸ 'ਚੋਂ, ਉਹ ਇਕੱਲੇ ਹੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਪੋਸਟਰ ਫੜੇ ਹੋਏ ਤੇ ਮੀਂਹ ਦੇ ਵਿੱਚ ਇਕੱਲੇ ਹੀ ਘਰ ਪੋਸਟਰ ਵੰਡਦੇ ਪਏ। ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਜਦੋਂ ਮੈਂ ਬਿਠਾਇਆ, ਮੈਂ ਕਿਹਾ ਛਿੰਦੇ ਭਾਜੀ ਚਾਹ ਪੀ ਕੇ ਜਾਈਓ, ਮੈਂ ਕਿਹਾ ਮੈਂ ਤੁਹਾਡਾ ਕਾਇਲ ਹੋ ਗਿਆ। ਕਹਿੰਦੇ ਕਿਸ ਗੱਲ ਦਾ? ਮੈਂ ਕਿਹਾ ਮੈਂ ਕਾਇਲ ਤੁਹਾਡਾ ਇਸ ਗੱਲ ਦਾ ਹੋ ਗਿਆ ਕਿ ਤੁਸੀਂ ਇਕੱਲੇ ਹੀ ਦੇਖੋ ਲੱਗੇ ਹੋਏ ਹੋ, ਵੀ ਤੁਹਾਡੀ ਪਾਰਟੀ ਪ੍ਰਤੀ ਕਿੰਨੀ ਵਫਾਦਾਰੀ ਨਾਲ ਤੁਸੀਂ ਕੰਮ ਕਰਦੇ ਪਏ ਹੋ। ਤੇ ਉਹਨਾਂ ਵਿਚਾਰਿਆਂ ਨੂੰ ਅੱਜ ਕੋਈ ਸਾਰ ਨਹੀਂ ਹੈ, ਤੇ ਦੂਜੇ ਬੰਦੇ ਜਿਹੜੇ ਆ ਉਹ ਅੱਗੇ ਆ, ਉਹ ਵਿਚਾਰੇ ਕਦੀ ਕਿਤੇ ਬੈਠਦੇ ਆ, ਕਦੀ ਕਿਤੇ ਬੈਠਦੇ ਆ, ਤੇ ਦੂਸਰੇ ਬੰਦਿਆਂ ਦੀ ਪੁੱਛ-ਗਿੱਛ ਜ਼ਿਆਦਾ ਜੀ। ਇਹ ਹਾਲਾਤ ਬਣੇ ਹੋਏ ਆ। ਤੇ ਫਿਰ ਹੁਣ ਤੁਹਾਡੇ ਵੱਲੋਂ ਕੀ ਮੈਸੇਜ ਹੈ ਪਬਲਿਕ ਨੂੰ, ਕਿ ਜਿਹੜਾ ਜਿਸ ਤਰੀਕੇ ਦੀ ਪਬਲਿਕ ਡੀਲਿੰਗ ਜਿੱਦਾਂ ਚੱਲ ਰਹੀ ਹੈ, ਜਾਂ ਪਬਲਿਕ ਨੂੰ ਕੀ ਐਸਾ ਮੈਸੇਜ ਦੇਣਾ ਚਾਹੁੰਦੇ ਹੋ ਕਿ ਇਸ ਚੀਜ਼ਾਂ ਦੇ ਵਿੱਚ ਫਸਣ ਜਾਂ ਨਾ ਫਸਣ, ਜਾਂ ਜਿਹੜੇ ਹੁਣ ਮਜਬੂਰ ਹੋ ਕੇ ਉੱਧਰ ਚਲੇ ਗਏ ਫਿਰ ਉਹ ਕਿੱਥੇ ਜਾਣਗੇ? ਦੇਖੋ, ਜਿਹੜੇ ਤਾਂ ਵਿਚਾਰੇ ਮਜਬੂਰ ਹੋ ਕੇ ਚਲੇ ਗਏ, ਮੈਨੂੰ ਲੱਗਦਾ ਉਹ ਤਾਂ ਮਜਬੂਰੀ ਜੀ ਉੱਧਰ ਹੁਣ 3 ਸਾਲ ਰਹਿਣਗੇ। ਪਰ ਫਿਰ ਸੀਤਾਰਾਮ ਨੇ ਲਾਈਵ ਹੋ ਕੇ ਕਿਹਾ ਕਿਉਂ ਕਿ ਮੇਰੀ ਜਿਹੜੀਆਂ ਚੀਜ਼ਾਂ ਨੇ ਇਹ ਸਭ ਜਿਹੜੇ ਆਰੋਪ ਲਗਾਏ ਜਾ ਰਹੇ ਨੇ RD ਸ਼ਰਮਾ ਵੱਲੋਂ ਝੂਠੇ ਲਾਏ ਜਾ ਰਹੇ ਨੇ, ਪਰ ਇਦਾਂ ਦਾ ਕੁਝ ਵੀ ਨਹੀਂ ਹੈ, ਮੈਂ ਕਿਸੇ ਵੀ ਦਬਾਅ ਦੇ ਵਿੱਚ ਨਹੀਂ ਗਿਆ, ਮੇਰਾ ਆਪਣਾ ਮਨ ਮੰਨਦਾ ਹੀ ਮੈਂ ਗਿਆ। ਭਾਜੀ ਸੀਤਾਰਾਮ ਵਿਚਾਰਿਆਂ ਦੇ ਨਾ ਮੇਰੇ ਵੱਡੇ ਭਰਾ ਵੀ ਨੇ, ਉਹਨਾਂ ਦੀ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਕਾਫੀ ਪ੍ਰਾਪਰਟੀ ਆ। ਹੁਣ ਉਹਨਾਂ ਨੂੰ ਲੱਗ ਰਿਹਾ ਜੇ ਮੈਂ RD ਸ਼ਰਮਾ ਦੇ ਹੱਕ 'ਚ ਗੱਲ ਕਰੂੰਗਾ, ਬੱਗਾ ਜੀ ਦੇ ਅਗੇਂਸਟ ਕਰੂੰਗਾ, ਜੋ ਬੱਗਾ ਜੀ ਨੇ ਅਸਲੀਅਤ ਕੀਤੀ ਹੈ, ਤੇ ਜੇ ਮੈਂ ਕਰੂੰਗਾ ਤੇ ਕੱਲ ਨੂੰ ਫਿਰ ਬਾਕੀ ਵੀ ਤਾਂ ਪ੍ਰਾਪਰਟੀਆਂ ਸੀਲ ਹੋ ਜਾਣਗੀਆਂ ਨਾ। ਅੱਜ ਨਹੀਂ ਹੋਣਗੀਆਂ, ਮਹੀਨੇ 2 ਮਹੀਨੇ ਨੂੰ ਹੋ ਜਾਣਗੀਆਂ, ਤੇ ਮੈਨੂੰ ਮੋਟੇ ਜੁਰਮਾਨੇ ਉਹਦੇ ਦੇਣੇ ਪੈਣਗੇ। ਅੱਜ ਤਾਂ ਦੇਖੋ ਕਿ ਬਿਨਾਂ ਨੋਟਿਸ ਤੋਂ ਪ੍ਰਾਪਰਟੀ ਸੀਲ ਹੋਈ, ਬਿਨਾਂ ਜੁਰਮਾਨੇ ਤੋਂ ਪ੍ਰਾਪਰਟੀ ਖੁੱਲ ਗਈ। ਇਹ ਮੇਰੇ ਜਿੰਦੇ ਲਾਈਵ ਦੇ ਵਿੱਚ ਪਹਿਲਾ ਐਪੀਸੋਡ ਹੈ ਕਿ ਬਿਨਾਂ ਜੁਰਮਾਨੇ ਤੋਂ ਖੁੱਲ ਗਈ ਤੇ ਬਿਨਾਂ ਨੋਟਿਸ ਤੋਂ ਸੀਲ ਹੋ ਗਈ। ਇਹਦਾ ਮਤਲਬ ਕੀ ਹੈ? ਔਰ ਨੰਬਰ 2, ਮੈਂ ਬੜੀ ਬੇਬਾਕੀ ਨਾਲ ਇਹ ਗੱਲ ਕਹਿ ਰਿਹਾ ਤੁਹਾਡੇ ਚੈਨਲ ਦੇ ਅੱਗੇ ਕਿ ਅਸ਼ਵਨੀ ਸ਼ਰਮਾ ਜੀ ਔਰ ਆਸ਼ੂ ਜੀ, ਬੇਸ਼ੱਕ ਤੁਸੀਂ ਉਹਨਾਂ ਦੀ ਵੀ ਸਟੇਟਮੈਂਟ ਲੈ ਲਈਓ, ਉਹਨਾਂ ਨੂੰ ਵੀ ਪੁੱਛ ਲਿਓ ਕਿ RD ਸ਼ਰਮਾ ਝੂਠ ਬੋਲ ਰਿਹਾ ਜਾਂ ਸੀਤਾਰਾਮ ਜੀ ਝੂਠ ਬੋਲ ਰਹੇ, ਤੁਹਾਨੂੰ ਕਲੀਅਰ ਹੋ ਜੂਗੀ ਇਹ ਵੀ ਗੱਲ। ਸੋ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਜਿਹੜੀ ਗੱਲ ਕੀਤੀ ਗਈ ਹੈ ਕਿ ਪਹਿਲਾਂ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਸੀਲ ਕਰਵਾਈਆਂ ਜਾਂਦੀਆਂ ਨੇ, ਉਸ ਤੋਂ ਬਾਅਦ ਉਹ ਪ੍ਰਾਪਰਟੀ ਨੂੰ ਜੁਰਮਾਨੇ ਦਾ ਲਿਖਤ ਪੜ੍ਹ ਕਰਕੇ ਬਿਨਾਂ ਜੁਰਮਾਨਾ ਲਿੱਤਾ ਉਹ ਪ੍ਰਾਪਰਟੀ ਖੋਲ ਦਿੱਤੀ ਜਾਂਦੀ ਹੈ। ਕਿਤੇ ਨਾ ਕਿਤੇ ਦਬਾਅ ਪਾਇਆ ਜਾਂਦਾ ਹੈ ਵਰਕਰਾਂ ਨੂੰ ਕਿ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਓ, ਮਗਰ ਜਿੱਥੇ ਤੱਕ ਗੱਲ ਕੀਤੀ ਜਾਂਦੀ ਹੈ ਆਪੋਜ਼ਿਟ ਪਾਰਟੀ ਵੱਲੋਂ ਕਿਹਾ ਗਿਆ ਸੀਗਾ ਕਿ ਇਹ ਸਭ ਚੀਜ਼ਾਂ ਝੂਠ ਨੇ, ਮਗਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਸਭ ਚੀਜ਼ਾਂ ਕਿਤੇ ਨਾ ਕਿਤੇ ਦਬਾਅ ਹੇਠ ਆ ਰਹੀਆਂ ਨੇ, ਕਿਉਂਕਿ ਜਿਹੜੀ ਪ੍ਰਾਪਰਟੀ ਹੈ ਉਹ ਇੱਕ ਨਹੀਂ, 2 ਨਹੀਂ, ਕਈਆਂ ਕੋਲੋਂ ਵੱਧ ਪ੍ਰਾਪਰਟੀ ਨੇ, ਤੇ ਵੱਧ ਪ੍ਰਾਪਰਟੀ ਅਗਰ ਸੀਲ ਹੋ ਜਾਏਗੀ ਤਾਂ ਕਿਤੇ ਨਾ ਕਿਤੇ ਕਾਰੋਬਾਰ ਵੀ ਉਹਨਾਂ ਦਾ ਰੁਕ ਸਕਦਾ ਹੈ। ਮਗਰ ਹਜੇ ਜਿਹੜੀ ਹੈ ਮੁੱਦਾ ਜਿਹੜਾ ਪੱਕਿਆ ਹੋਇਆ, ਦੇਖਦੇ ਹਾਂ ਕਿ ਕਿੱਥੇ ਤੱਕ ਇਹ ਮੁੱਦਾ ਜਾਂਦਾ ਹੈ। ਕੈਮਰਾਮੈਨ ਬੰਟੀ ਦੇ ਨਾਲ ਮੈਂ ਸੁਜਲ ਤਮਨ, ਜਨਹਿਤੇਸ਼ੀ।